संग संपत कब करेंगे अभी थोड़ी रहेंगे चलने वाले विकास जी से पूछा संघ दक्ष आ रमा संघ दक्ष संघ सम्यक अग्रेसर अर्ध वृत आ रमा नहीं संघ दक्ष ध्वज प्रणाम 1 2 3 नमस्ते सदा वत्सले मातृभूमे नमस्ते सदा वत्सले मातृभूमे त्वया हिन्दुभूमे सुखं वर्धितोऽहम् त्वया हिन्दुभूमे सुखं वर्धितोऽहम् महामङ्गले पुण्यभूमे त्वदर्थे महामङ्गले पुण्यभूमे त्वदर्थे पतत्वेशिकायो नमस्ते नमस्ते पतत्वेशिकायो नमस्ते नमस्ते इमे सादरं त्वां नमामो वयम् इमे सादरं त्वां नमामो वयम् त्वदीयाय कार्याय बद्धाकटीयम् त्वदीयाय कार्याय बद्धाकटीयम् शुभामाशिषं देहि तत्पूर्वकै अजन्या च विश्वस्य देहि शक्तिम् सुशीलं जगद्देन नम्रं भवेत् सुतं चैवेत्कण्टकाकीनमार्गम् स्वयं स्वीकृतन्न सुगं कार्येत् समुत्कर्षनिःश्रेयसस्यैकमुग्रम् परं साधनं नाम वीरव्रतम् तदन्तः स्फुत्तक्ष्याध्वेनिष्ठा कृदन्तः प्रजागतु तीव्रानिशम् विजेत्री च न संहताकारशक्तिर् विधाय स धर्मस्य संरक्षणम्
दक्षिणम् परं वै भवन्ने तुमे तस्य राष्ट्रम् परं वै भवन्ते तुमे तत्स्वराष्ट्रम् समर्था भवत्वा शिशाते विषम् समर्था भवत्वा शिशाते विषम्। भारत माता की जय। भारत माता की जय। 3 आ रमा। सभी माताओं बहनों से और आगंतुक बंधुओं से निवेदन है कि उपविष्ट कहने पर अपने अपना स्थान पर बैठ जाएंगे। सावधान। संघ दक्ष उपविष्ट। मैं निवेदन करूंगा विकास ठाकुर जी मंच पर आए और जय श्री राम। ਅੱਜ ਦੇ ਇਸ ਵਿਜੇਦਸ਼ਮੀ ਦੇ कार्यक्रम ਚ ਆਏ ਮੋਹਾਲੀ ਵਾਸੀਆਂ ਨੂੰ ਰਾਸ਼ਟਰੀ ਸੰਘ ਸੇਵਕ ਸੰਘ ਜੀ ਆਇਆਂ ਨੂੰ ਆਖਦਾ ਨਿੱਘਾ ਸਵਾਗਤ ਕਰਦਾ ਹੈ। ਸਾਡੇ ਸੰਘ ਦੇ 6 ਤਿਉਹਾਰਾਂ ਦੇ ਵਿੱਚੋਂ ਵਿਜੇਦਸ਼ਮੀ ਦਾ कार्यक्रम ਜਿਸ ਦੇ ਸੰਗਠਨ ਦਾ ਨਿਰਮਾਣ ਹੋਇਆ ਬੜਾ ਖਾਸ ਅਹਿਮੀਅਤ ਰੱਖਦਾ ਹੈ। ਇਸ कार्यक्रम ਦੇ ਵਿੱਚ ਕੁਝ ਪਰਿਚੈ ਮੈਂ ਜ਼ਰੂਰੀ ਸਮਝਦਾ ਤੁਹਾਨੂੰ ਕਰਾਣੇ। ਉਹਨਾਂ ਵਿੱਚੋਂ ਸਾਡਾ ਜਿਹੜਾ ਪਹਿਲਾ ਪਰਿਚੈ ਹੈ ਸਾਡੇ ਮੁੱਖ ਅਤਿਥੀ ਸ਼੍ਰੀਮਾਨ ਪ੍ਰਦੀਪ ਹੈਪੀ ਜੀ। ਪ੍ਰਦੀਪ ਜੀ ਪਿਛਲੇ 21 ਸਾਲਾਂ ਤੋਂ ਸੀਨੀਅਰ ਪੱਤਰਕਾਰ ਹਨ ਅਤੇ ਮੋਹਾਲੀ ਦੇ ਪ੍ਰੈਸ ਕਲੱਬ ਦੇ ਜਨਰਲ ਸੈਕਟਰੀ ਹਨ ਅਤੇ ਫਾਊਂਡਰ ਤੇ ਜਨਰਲ ਸੈਕਟਰੀ ਵੀ ਹਨ ਭਗਤ ਕਬੀਰ ਵੈਲਫੇਅਰ ਐਸੋਸੀਏਸ਼ਨ ਦੀ ਤੇ ਐਕਸ ਪ੍ਰੈਜ਼ੀਡੈਂਟ ਵੀ ਰਹੇ ਨੇ ਕਮਰਸ ਐਸੋਸੀਏਸ਼ਨ ਏਐਸ ਕਾਲਜ ਖੰਨਾ ਦੇ। ਸਾਡੇ ਵਿੱਚ ਅੱਜ ਦੇ ਮੁੱਖ ਅਤਿਥੀ ਨੇ। ਤੇ ਦੂਸਰਾ ਪਰਿਚੈ ਮੈਂ ਕਰਾਉਣਾ ਚਾਹੂੰਗਾ ਸ਼੍ਰੀਮਾਨ ਰਾਜੀਵ ਸ਼ਰਮਾ ਜੀ। ਰਾਜੀਵ ਸ਼ਰਮਾ ਜੀ ਜਿਨ੍ਹਾਂ ਦਾ ਨਿਵਾਸ ਸਥਾਨ ਜ਼ੀਰਕਪੁਰ ਦੇ ਵਿੱਚ ਹੈ ਤੇ ਰਾਜੀਵ ਜੀ ਦਾ ਫਾਰਮਾ ਦਾ ਬਿਜ਼ਨਸ ਹੈ ਤੇ ਰਾਜੀਵ ਜੀ ਆਪਣੇ ਜ਼ਿਲ੍ਹਾ ਦੇ ਸਹਿ ਜ਼ਿਲ੍ਹਾ ਕਾਰਜਵਾਹ ਦੇ ਤੌਰ ਤੇ ਆਪਣੀ ਜ਼ਿੰਮੇਵਾਰੀਆਂ ਦਾ ਨਿਰਵਾਹ ਕਰ ਰਹੇ ਹਨ। ਦੂਸਰਾ ਪਰਿਚੈ ਮੈਂ ਕਰਾਉਣਾ ਚਾਹੂੰਗਾ ਸ਼੍ਰੀਮਾਨ ਵਿਕਾਸ ਜੀ। ਵਿਕਾਸ ਜੀ ਦਾ ਵੀ ਨਿਵਾਸ ਸਥਾਨ ਸੈਕਟਰ 70 ਦੇ ਵਿੱਚ ਹੈ। ਵਿਕਾਸ ਜੀ ਦਾ ਪ੍ਰਾਪਰਟੀ ਦਾ ਵਿਵਸਾय ਹੈ ਤੇ ਵਿਕਾਸ ਜੀ ਵੀ ਆਪਣੇ ਜ਼ਿਲ੍ਹੇ ਦੇ ਸਹਿ ਜ਼ਿਲ੍ਹਾ ਕਾਰਜਵਾਹ ਦੇ ਤੌਰ ਤੇ ਸੰਘ ਦੀ ਜ਼ਿੰਮੇਵਾਰੀਆਂ ਦਾ ਨਿਰਵਾਹ ਕਰ ਰਹੇ ਹਨ। ਇੱਕ ਹੋਰ ਪਰਿਚੈ ਮੈਂ ਕਰਾਉਣਾ ਚਾਹੂੰਗਾ ਸ਼੍ਰੀਮਾਨ ਵਿਜੇਤਾ ਜੀ। ਵਿਜੇਤਾ ਜੀ ਸਾਡੇ ਪ੍ਰਾਂਤ ਸੰਯੋਜਕ ਨੇ ਗਊ ਸੇਵਾ ਸੰਯੋਜਕ ਦੇ ਆਪਣਾ ਤੇ ਅੰਮ੍ਰਿਤ ਵਚਨ ਹੁਣ ਮੁੱਖ ਅਤਿਥੀ ਦੇ 2 ਮਿੰਟ ਲੈਣਗੇ ਆਪਣਾ ਵਕਤਵ ਰੱਖਣਗੇ। ਮੁੱਖ ਅਤਿਥੀ ਜੀ ਦੇ ਵਕਤਵ ਤੋਂ ਬਾਅਦ ਅੰਮ੍ਰਿਤ ਵਚਨ ਇੱਕ ਕਵਿਤਾ ਤੇ ਉਹਦੇ ਬਾਅਦ ਅੱਜ ਸਾਨੂੰ ਬੋਧਨ ਸ਼੍ਰੀ ਰਾਜੀਵ ਜੀ ਦਾ ਸੁਣਨੇ ਨੂੰ ਮਿਲੇਗਾ ਤੇ ਅਸੀਂ ਉਹ ਬੋਧਨ ਸੁਣਾਂਗੇ। ਇਸ ਗੱਲ ਦਾ ਪਤਾ ਲੱਗਿਆ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਵੱਲੋਂ ਅੱਜ ਸਕੂਲ ਦੇ ਵਿੱਚ ਇਸ ਪ੍ਰੈਮਿਸਿਸ ਦੇ ਵਿੱਚ ਆਪਾਂ ਜਿੱਥੇ ਬੈਠੇ ਆ ਇੱਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਵਿਜੇ ਦਸ਼ਮੀ ਲੈ ਕੇ। ਜਿਸ ਤਰ੍ਹਾਂ ਕਿ ਕੱਲ ਵੀ ਆਲ ਇੰਡੀਆ ਲੈਵਲ ਤੇ ਇਹਨਾਂ ਵੱਲੋਂ ਹੁੰਦੇ ਨੇ ਆਰਐਸ ਦੇ ਵੱਲੋਂ ਫੰਕਸ਼ਨ ਤੇ ਅੱਜ ਵੀ ਉਸ ਦੇ ਲੜੀ ਦੇ ਤਹਿਤ ਇਸ ਸਕੂਲ ਦੇ ਵਿੱਚ ਤੇ ਹੋਰ ਪ੍ਰੈਮਿਸਿਸ ਦੇ ਵਿੱਚ ਜਿਸ ਤਰ੍ਹਾਂ ਖਰੜ ਅਤੇ ਹੋਰ ਜਗ੍ਹਾ ਦੇ ਉੱਪਰ ਹੋ ਰਹੇ ਨੇ ਫੰਕਸ਼ਨ। ਤੇ ਮੈਨੂੰ ਖੁਸ਼ੀ ਹੋਈ ਜਦੋਂ ਕੱਲ 2 ਦਿਨ ਪਹਿਲਾਂ ਹੀ ਮੈਨੂੰ ਆਪਣੇ ਮੇਰੇ ਦੋਸਤ ਵਿਸ਼ਾਲ ਸ਼ਰਮਾ ਜੀ ਜੋ ਪਿਛਲੇ ਲੰਬੇ ਸਮੇਂ ਤੋਂ ਇਸ ਐਕਟੀਵਿਟੀ ਦੇ ਵਿੱਚ ਮੈਨੂੰ ਸ਼ਾਮਿਲ ਕਰਵਾਉਣ ਲਈ ਕੋਸ਼ਿਸ਼ ਕਰਦੇ ਰਹਿੰਦੇ ਤੇ ਮੈਨੂੰ ਵੀ ਅੱਜ ਬੜਾ ਚੰਗਾ ਲੱਗਿਆ ਇੱਥੇ ਆ ਕੇ ਆਰਐਸਐਸ ਦੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਕੇ। ਜਿਉਂ ਹੀ ਵਿਸ਼ਾਲ ਜੀ ਦਾ ਮੈਂ ਇਸ ਗੱਲੋਂ ਧੰਨਵਾਦੀ ਹਾਂ ਤੇ ਮੈਂ ਕੋਸ਼ਿਸ਼ ਕਰਦਾ ਰਹਾਂਗਾ ਕਿ ਅੱਗੇ ਵੀ ਇਸ ਤਰ੍ਹਾਂ ਦੇ ਜਿਹੜੇ ਵਿਸ਼ਵ ਗੁਰੂ ਬਣਨ ਦੇ ਦੌਰ ਦੇ ਵਿੱਚ ਵਿਸ਼ਵ ਗੁਰੂ ਬਣਾਉਣ ਦੇ ਲਈ ਇੰਡੀਆ ਨੂੰ ਭਾਰਤ ਨੂੰ ਆਰਐਸਐਸ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਦੇ ਪ੍ਰੋਗਰਾਮ ਦੇ ਵਿੱਚ ਮੈਂ ਅਗਾਂਹ ਵੀ ਸ਼ਾਮਿਲ ਹੁੰਦਾ ਰਹਾਂਗਾ। ਥੈਂਕ ਯੂ। ਜੈ ਹਿੰਦ। कोई अगर एक शब्द में या 2 अक्षरों में धर्म की व्याख्या करने को कहे कि धर्म क्या है तो एक शब्द में धर्म की व्याख्या हो सकती है। धर्म मतलब राम। राम मतलब धर्म। भगवान श्री राम के जीवन का एक एक पल, एक एक क्षण, उनके जीवन की एक एक घटना आपको जीवन में कभी किसी बात की कोई रेफरेंस लेना पड़े, कभी कोई धर्म संकट हो, हमने क्या करना है, तो भगवान श्री राम के जीवन को याद करना चाहिए। भगवान श्री राम का जीवन मतलब धर्म, भगवान राम मतलब धर्म।
तो धर्म की एक शब्द में व्याख्या अगर हो सकती है तो वो है राम। कैसे अपने पूरे जीवन काल में उन्होंने सभी प्रकार के धर्मों का, चाहे वो पुत्र धर्म था, पिता की आज्ञा का पालन करने के लिए राजपाट छोड़ के 14 साल के लिए वनवास को जाना, मित्र धर्म था, सुग्रीव और विभीषण के साथ मित्रता निभाई, तो कैसे जो उनके साथ वचन रखे उनको उनका राजपाट राज्याभिषेक उनका किया, भाई का धर्म, पति का धर्म, राजधर्म, जितने भी तरह के एक आम जीवन जीते हुए जितने भी तरह के धर्मों का, जितने भी तरह की बातों का पालन हम लोगों को करना होता है, वो भगवान श्री राम ने, वो भगवान विष्णु के अवतार थे, पर एक आदर्श रूप में, एक मनुष्य के रूप में उन्होंने हमारे सामने हमें जीवन जी के दिखाए। बहुत सारी बातें, जैसे मैंने बताया कि हर एक पल, हर एक क्षण उनके जीवन का शिक्षाप्रद है, पर कुछ बातों का उल्लेख करना बहुत महत्वपूर्ण, जब भी विजयदशमी की बात हो, बहुत जरूरी हो जाता है। सबसे पहली बात है, भगवान श्री राम ने सभी चीजों का त्याग किया, अपने राजपाट का त्याग किया, घर बार छोड़ा, वनवास में चले गए। महत्वपूर्ण है, उन्होंने अपने हथियारों का त्याग नहीं किया, शस्त्र का त्याग नहीं किया, क्योंकि शस्त्र और शास्त्र दोनों हमारे जीवन में धर्म की स्थापना के लिए बहुत जरूरी हैं। तभी आज के दिन हमने भी अभी शस्त्र पूजन की है, हर घरों में विजयदशमी के दिन शस्त्र पूजन भी किया जाता है। तो भगवान श्री राम ने सब चीजों को छोड़ा, पर अपने शस्त्रों को कभी नहीं छोड़ा। अपना धनुष बाण, अपने शस्त्र उन्होंने हमेशा अपने साथ रखे। दूसरा महत्वपूर्ण बात, जब भगवान श्री राम को रावण के ऊपर चढ़ाई करनी थी, लड़ाई लड़नी थी, तो वो राजा थे, राजकुमार थे, बहुत सारे राज्यों में उनके दोस्त होंगे, मित्र होंगे, उनका अपना राज्य भी था अयोध्या जी, पर उन्होंने कहीं से भी कोई सेना नहीं बुलाई, किसी भी अपने मित्र को बाहर से नहीं बुलाया। उस समय जहां वो थे, उस समय जिस समाज में, वन में, वनवास में वो थे, और उस समय उनके आसपास जो लोग थे, जो वनवासी मित्र उनके थे, उसी शक्ति को संगठित उन्होंने किया।